हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਠੀਕ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਕਿ ਅੰਡਰ ਕਾਲਜਸ ਪੈਂਦੇ ਨੇ ਉਹਨਾਂ ਦੇ ਜਿਹੜੇ ਕਿ ਸਬਜੈਕਟ ਹਿਸਟਰੀ ਸਮੈਸਟਰ 3 ਸਬਜੈਕਟ ਹਿਸਟਰੀ ਦੇ ਜਿਹੜੇ ਕਿ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ क्वेश्चन आंसर आप लैके आए हैं ताकि तुसी जिहड़े कि अपने इन शॉर्ट टाइम दे विच जिहड़े कि एग्जाम दी बेस्ट तैयारी कर सको। सो जिहड़े आपां क्वेश्चनस करांगे स्टूडेंट्स ये जिहड़े कि प्रीवियस एग्जाम्स दे विच आए हुए ने सपोज 2016 दे विच 17 दे विच 18 दे विच 19 दे विच 20 दे विच 21 दे विच जिहड़े कि प्रीवियस एग्जाम्स दे विच आए हुए ने। ठीक है आपां क्वेश्चनस करांगे ताकि तुहानूं प्रीवियस एग्जाम्स दे विचों जिहड़े कि क्वेश्चनस ने तुसी प्रिपेयर करके अपने एग्जाम दी बेस्ट तैयारी कर सको ते वधिया जिहड़े कि मार्क्स तुसी गेन कर सको। ਜਿਹੜੇ ਆਪਾਂ क्वेश्चंस करांगे स्टूडेंट्स इंपॉर्टेंट ਆਪਾਂ ABCD चारों सैक्शनस के अकॉर्डिंग करांगे क्योंकि ਤੁਹਾਡਾ ਜਿਹੜੇ कि 100 मार्क्स का यह एग्जाम होना ਤੇ ਤੁਹਾਡਾ सिलेबस ਦੇ ਅਕੋਰਡਿੰਗ ਜਿਹੜੇ ਕਿ ਤੁਹਾਡੇ ਚੈਪਟਰਸ ਨੇ ਉਹ 4 ਪਾਰਟਸ ਦੇ ਵਿੱਚ ਡਿਵਾਈਡ ਹੋਏ ਨੇ ABCD ਸੈਕਸ਼ਨ ਦੇ ਵਿੱਚ ਤੇ ਹਰ ਇੱਕ ਸੈਕਸ਼ਨ ਦੇ ਵਿੱਚ ਤੁਸੀਂ ਇੱਕ ਕੁਐਸਚਨ ਕਰਨਾ ਹੋਊਗਾ ਤੇ ਪੰਜਵਾਂ ਕੁਐਸਚਨ ਤੁਸੀਂ ਜਿਹੜੇ ਮਰਜ਼ੀ ਸੈਕਸ਼ਨ ਦੇ ਵਿੱਚੋਂ ਕਰ ਸਕਦੇ ਹੋ ਕਿਉਂਕਿ ਤੁਸੀਂ ਐਗਜ਼ਾਮ ਦੇ ਵਿੱਚ ਜਿਹੜੇ ਕਿ 5 ਕੁਐਸਚਨ ਕਰਨੇ ਹੋਣਗੇ ਹਰ ਕੁਐਸਚਨ ਤੁਹਾਡਾ 20 ਮਾਰਕਸ ਦਾ ਹੋਊਗਾ। ਓਕੇ ਠੀਕ ਹੈ ਤੁਹਾਡਾ ਸਿਲੇਬਸ ਇਹ ਰਿਹਾ ਸੈਕਸ਼ਨ A ਦੇ ਵਿੱਚ ਜਿਵੇਂ ਫਾਊਂਡੇਸ਼ਨ ਆਫ ਬ੍ਰਿਟਿਸ਼ ਰੂਲ ਹੈ ਠੀਕ ਹੈ 1857 ਇਸ ਦੇ ਵਿਦਰੋਹ ਵਾਲਾ ਜਿਵੇਂ ਹੁਣ ਤੁਸੀਂ ਇਹ 1857 ਈਸਵੀ ਦੇ ਵਿਦਰੋਹ ਵਾਲੇ ਸਾਰੇ ਕੁਐਸਚਨਸ ਕਰ ਲਓ ਇਹਦਾ ਕਾਰਨ 1857 ਦੇ ਵਿਦਰੋਹ ਦੇ ਠੀਕ ਹੈ ਸਰੂਪ ਇਹਦਾ ਤੇ ਇਹਦੇ ਰਿਜ਼ਲਟ ਠੀਕ ਹੈ ਘਟਨਾ ਸਾਰਾ ਕੁਝ ਕਰਨਾ ਇਹਦਾ। ਤੇ ਸੈਕਸ਼ਨ B ਦੇ ਵਿੱਚ ਹੈਗਾ ਤੁਹਾਡਾ ਜਿਹੜੇ ਕਿ ਇਕਨੋਮਿਕ ਚੇਂਜਸ ਨੇ ਠੀਕ ਹੈ ਤੇ ਇਹ ਹੈਗੇ ਨੇ ਤੇ ਇੱਕ ਹੈਗਾ ਤੁਹਾਡਾ ਗਰੋਥ ਆਫ ਐਜੂਕੇਸ਼ਨ ਐਂਡ ਪੋਲੀਟੀਕਲ ਆਰਗੇਨਾਈਜੇਸ਼ਨ ਜਿਸ ਦੇ ਵਿੱਚ ਆ ਜਾਣਗੇ ਤੁਹਾਡਾ ਬ੍ਰਹਮੋ ਸਮਾਜ ਸੋਸ਼ਲ ਰਿਲੀਜੀਅਸ ਮੂਵਮੈਂਟਸ ਵੀ ਨੇ ਬ੍ਰਹਮੋ ਸਮਾਜ ਆਰੀਆ ਸਮਾਜ ਰਾਮ ਕ੍ਰਿਸ਼ਨ ਮਿਸ਼ਨ ਠੀਕ ਹੈ ਪ੍ਰਾਰਥਨਾ ਸਮਾਜ ਥਿਓਸੋਫਿਕਲ ਸੁਸਾਇਟੀ ਅਲੀਗੜ੍ਹ ਮੂਵਮੈਂਟ ਇਹ ਸਾਰੇ ਮੂਵਮੈਂਟਸ ਨੇ। ਤੇ ਭਾਵ ਕਿ ਤੁਸੀਂ ਜਿਹੜੇ ਸੈਕਸ਼ਨ B ਹੈ ਇਸ ਦੇ ਵਿੱਚੋਂ ਕੋਈ ਇੱਕ ਪਾਰਟ ਹੈ ਜਿਹੜੇ ਕਿ ਐਨ ਚੰਗੇ ਤਰੀਕੇ ਨਾਲ ਕਰ ਸਕਦੇ ਹੋ। ਵੈਸੇ ਆਪਾਂ ਇੰਪੋਰਟੈਂਟ ਕੁਐਸਚਨਸ ਕਰਾਂਗੇ ਹੁਣ ਤੇ ਸੈਕਸ਼ਨ C ਦੇ ਵਿੱਚੋਂ ਜਿਹੜੇ ਕਿ ਇਹ ਵਾਲਾ ਤੁਹਾਡਾ ਸਿਲੇਬਸ ਇਹਦੇ ਵਿੱਚੋਂ ਵੀ ਤੁਸੀਂ ਇੱਕ ਪੋਰਸ਼ਨ ਐਨ ਕੰਪਲੀਟ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਯਾਦ ਕਰਨਾ ਠੀਕ ਹੈ। ਤੇ ਐਵੇਂ ਸੈਕਸ਼ਨ D ਹੈਗਾ ਤੁਹਾਡਾ ਇਸ ਹਿਸਾਬ ਨਾਲ ਜਿਹੜੇ ਕਿ ਹੁਣ ਆਪਾਂ ਤੁਹਾਨੂੰ ਸਿਲੇਬਸ ਆਪਾਂ ਨੇ ਦੱਸਤੇ ਇੱਕ ਵਾਰ ਤੇ ਹੁਣ ਆਪਾਂ ਜਿਹੜੇ ਕਿ ਇੰਪੋਰਟੈਂਟ ਕੁਐਸਚਨਸ ਦੇਖਦੇ ਹਾਂ ਸੈਕਸ਼ਨ ABCD ਦੇ ਵਿੱਚ ਠੀਕ ਹੈ। ਇਹ ਸੈਕਸ਼ਨ ਦੇ ਵਿੱਚ ਹੈ ਜਿਵੇਂ ਫਸਟ ਕੁਐਸਚਨ ਵਿਸ਼ਵ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਲੜਾਈਆਂ ਦੇ ਵਿੱਚੋਂ ਜਿਹੜੇ ਕਿ ਪਲਾਸੀ ਦੀ ਲੜਾਈ ਹੈ ਚਰਚਾ ਕਰੋ। ਮੀਨਸ ਸਿੱਧਾ ਇਹ ਕੁਐਸਚਨ ਦੇਖੋ ਘੁਮਾ ਕੇ ਪੁੱਛਿਆ ਹੋਇਆ ਤੁਸੀਂ ਸਿਰਫ ਦੇਖਣਾ ਕੀ ਹੈ ਕਿ ਇਸ ਦੇ ਵਿੱਚ ਕੀ ਪੁੱਛਿਆ ਹੋਇਆ ਇਸ ਦੇ ਵਿੱਚ ਪਲਾਸੀ ਲੜਾਈ ਪੁੱਛੀ ਹੋਈ ਹੈ ਠੀਕ ਹੈ। ਪਲਾਸੀ ਲੜਾਈ ਦੇ ਕਾਰਨ ਘਟਨਾਵਾਂ ਤੇ ਸਿੱਟੇ ਇਹ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ ਠੀਕ ਹੈ ਸਾਰਾ ਕੁਝ ਇਹਦੇ ਵਿੱਚ ਵੇਰਵਾ ਆ ਜਾਊਗਾ। ਪਲਾਸੀ ਲੜਾਈ ਦੀ ਮਹੱਤਤਾ ਕੁਐਸਚਨ ਅਲੱਗ ਵੀ ਪੁੱਛਿਆ ਜਾ ਸਕਦਾ। ਹੁਣ ਇੱਥੇ ਇਹ ਕੁਐਸਚਨ ਸਾਰਾ ਹੀ ਭਾਵ ਕਿ ਖੁੱਲਾ ਕੁਐਸਚਨ ਪੁੱਛ ਲਿਆ ਜਿਸ ਦੇ ਵਿੱਚ ਤੁਸੀਂ ਥੋੜਾ ਵੇਰਵਾ ਦੇ ਦੇਣਾ ਤੇ ਕਈ ਵਾਰ ਤੁਹਾਨੂੰ ਕੁਐਸਚਨ ਅਲੱਗ ਤੋਂ ਪੁੱਛਿਆ ਜਾ ਸਕਦਾ ਸੀ ਕਿ ਪਲਾਸੀ ਲੜਾਈ ਦੀ ਮਹੱਤਤਾ ਦੱਸੋ ਠੀਕ ਹੈ ਪਲਾਸੀ ਲੜਾਈ ਦੇ ਕਾਰਨ ਦੱਸੋ ਇਹ ਐਵੇਂ ਕੁਐਸਚਨ ਅਲੱਗ ਵੀ ਪੁੱਛਿਆ ਜਾ ਸਕਦਾ। ਇੰਗਲਿਸ਼ ਮੀਡੀਅਮ ਦੇ ਵਿੱਚ ਹੈਗਾ ਦਾ ਬੈਟਲ ਆਫ ਪਲਾਸੀ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਬੈਟਲਸ ਇਨ ਦਾ ਹਿਸਟਰੀ ਆਫ ਵਰਲਡ ਡਿਸਕਸ ਠੀਕ ਹੈ ਵੀ ਪਲਾਸੀ ਲੜਾਈ ਜਿਹੜੇ ਕਿ ਸਭ ਤੋਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਇਹਦੀ ਵਿਚਾਰ ਕਰਨੀ ਆਪਾਂ ਨੇ। ਅੱਗੇ ਹੈ ਸੈਕਸ਼ਨ A ਦੇ ਵਿੱਚੋਂ ਸਟੂਡੈਂਟਸ ਮੈਂ ਤੁਹਾਨੂੰ ਦੱਸ ਦੇ ਕਿ ਤੁਸੀਂ ਕਿਹੜਾ ਕੁਐਸਚਨ ਇੱਕ ਤਾਂ ਤੁਸੀਂ ਹਰ ਇੱਕ ਸੈਕਸ਼ਨ ਦੇ ਵਿੱਚੋਂ ਇੱਕ ਕੁਐਸਚਨ ਕਰਨਾ ਹੀ ਕਰਨਾ ਹੈ ਨਾ ਤੇ ਇੱਕ ਤੁਸੀਂ ਇੱਕ ਸੈਕਸ਼ਨ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਦੋਨੋਂ ਕੁਐਸਚਨ ਕਰ ਪਾਵੋ ਉਹ ਸਭ ਤੋਂ ਬੈਸਟ ਸੈਕਸ਼ਨ A ਹੀ ਹੈ ਠੀਕ ਹੈ। ਇਹ ਸੈਕਸ਼ਨ ਤੁਸੀਂ ਸਾਰਾ ਕਰ ਲਓ ਠੀਕ ਹੈ ਕਿਉਂਕਿ ਇਹ ਸੈਕਸ਼ਨ ਜੋ ਤੁਸੀਂ ਸਾਰਾ ਕਰ ਲਿਆ ਤੁਸੀਂ ਕਰਨੇ ਹੀ 2 ਕੁਐਸਚਨ ਹੋਣਗੇ ਇੱਕ ਸੈਕਸ਼ਨ ਦੇ ਵਿੱਚ ਤਾਂ ਸੋ ਇਹ ਈਜ਼ੀ ਹੈ ਇਹ ਸੈਕਸ਼ਨ। ਇਸ ਦੇ ਵਿੱਚ ਇੰਪੋਰਟੈਂਟ ਇੱਕ ਤਾਂ ਇਸ ਦੇ ਵਿੱਚ ਤੁਸੀਂ 1857 ਈਸਵੀ ਵਿਦਰੋਹ ਦਾ ਸਾਰਾ ਟੌਪਿਕ ਕਰ ਲਓ ਇਸ ਦੇ ਕਾਰਨ ਠੀਕ ਹੈ ਕਾਰਨ ਜਿਵੇਂ ਸਮਾਜਿਕ ਕਾਰਨ ਆਰਥਿਕ ਕਾਰਨ ਸੈਨਿਕ ਕਾਰਨ ਠੀਕ ਹੈ ਰਾਜਨੀਤਿਕ ਕਾਰਨ ਸਮਾਜਿਕ ਸੰਸਕ੍ਰਿਤਿਕ ਕਾਰਨ ਤਤਕਾਲੀ ਕਾਰਨ ਇਹ ਸਾਰੇ ਤਰੀਕੇ ਦੇ ਕਾਰਨ ਹੋ ਗਏ। ਕਾਰਨਾਂ ਤੋਂ ਅਲੱਗ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਵੇਂ ਸਮਾਜਿਕ ਕਾਰਨ ਦੱਸੋ ਧਾਰਮਿਕ ਕਾਰਨ ਕਿਹੜੇ ਸੀ ਰਾਜਨੀਤਿਕ ਕਾਰਨ ਕਿਹੜੇ ਸੀ ਤੇ ਕਾਰਨ ਤੇ ਇਹਦੀਆਂ ਜਿਹੜੇ ਕਿ ਕੁਝ ਘਟਨਾਵਾਂ ਤੇ ਫਿਰ ਇਹਦੀ ਮਹੱਤਤਾ ਸਿੱਟੇ ਪ੍ਰਭਾਵ ਇੱਕੋ ਗੱਲ ਹੈ ਮਹੱਤਤਾ ਸਿੱਟੇ ਪ੍ਰਭਾਵ ਇੱਕੋ ਗੱਲ ਹੈ ਠੀਕ ਹੈ। ਇਹ ਕੁਐਸਚਨ ਪੱਕਾ ਕਰ ਲਓ ਤੇ ਬਾਕੀ ਤੁਸੀਂ ਇਹਦੇ ਵਿੱਚੋਂ ਪਲਾਸੀ ਲੜਾਈ ਤੇ ਬਕਸਰ ਲੜਾਈ ਇਹ ਟੌਪਿਕ ਇਹ ਪਾਰਟ ਦੇ ਵਿੱਚ ਤੁਸੀਂ ਕਰ ਲਓ ਠੀਕ ਹੈ ਤਾਂ ਕਿ ਤੁਸੀਂ ਅਗਰ ਤੁਹਾਨੂੰ ਸਾਰੇ ਇਹ ਪਾਰਟ ਦੇ ਵਿੱਚ ਤੁਸੀਂ ਦੋਨੋਂ ਕਰ ਲਓ ਤਾਂ ਤੁਹਾਡੇ ਲਈ ਸੌਖਾ ਰਹੂਗਾ ਕਿਉਂਕਿ ਫਿਰ ਤੁਸੀਂ B ਔਰ C D ਦੇ ਵਿੱਚੋਂ ਇੱਕ ਆਪਣਾ ਕਰ ਸਕਦੇ ਹੋ। ਅਗਲਾ ਹੈਗਾ ਦੇਖੋ ਅਗਲੇ ਕੁਐਸਚਨ ਨੂੰ ਕਿਵੇਂ ਘੁਮਾ ਕੇ ਪੁੱਛ ਰੱਖਿਆ ਇਹਨਾਂ ਨੇ 1897 ਵਿਦਰੋਹ ਲਈ ਰਾਹ ਪੱਧਰਾ ਕਰਨ ਵਾਲੇ ਰਾਜ ਤੇ ਆਰਥਿਕ ਕਾਰਕਾਂ ਦੀ ਚਰਚਾ ਕਰੋ। ਹੁਣ ਇਹਦੇ ਵਿੱਚ ਕੀ ਨੇ ਇਹ ਕੀ ਪੁੱਛਿਆ ਗਿਆ ਕਾਰਨ ਪੁੱਛੇ ਗਏ ਨੇ ਠੀਕ ਹੈ। ਸੋ ਪ੍ਰੀਵੀਅਸ ਐਗਜ਼ਾਮ ਤੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਕੁਐਸਚਨ ਕਿਵੇਂ ਘੁਮਾਏ ਹੋਏ ਹੁੰਦੇ ਨੇ ਇਹ ਕਾਰਨ ਪੁੱਛੇ ਹੋਏ ਨੇ ਕਾਰਨ ਠੀਕ ਹੈ। ਰਾਹ ਪੱਧਰਾ ਕਰਨ ਵਾਲੇ
ਰਾਜਨੀਤੀ ਆਰਥਿਕ ਕਾਰਕ, ਭਾਵ ਕਿ ਰਾਜਨੀਤਿਕ ਕਾਰਨ ਕਿਹੜੇ ਸੀ, ਆਰਥਿਕ ਕਾਰਨ ਕਿਹੜੇ ਸੀ ਜਿਨ੍ਹਾਂ ਕਰਕੇ 1857 ਦਾ ਵਿਦਰੋਹ ਹੋਇਆ। ਤੁਸੀਂ ਉਹ ਕਾਰਨਾਂ ਦਾ ਵੇਰਵਾ ਦੇਣਾ, ਠੀਕ ਹੈ, ਕਾਰਨ ਪੁੱਛੇ ਹੋਏ ਨੇ। ਇੰਗਲਿਸ਼ ਦੇ ਵਿੱਚ ਡਿਸਕਸ ਦਾ ਪੋਲੀਟੀਕਲ ਇਕਨੋਮਿਕਸ ਫੈਕਟਰਸ ਡੈਟ ਪੇਵ ਦਾ ਵੇ ਆਫ ਫੋਰ ਦਾ ਰਿਵੋਲਟ ਆਫ 1857, ਠੀਕ ਹੈ। ਅੱਗੇ ਹੈਗਾ ਦੇਖੋ 1857 ਦਾ ਵਿਦਰੋਹ ਦੇ ਕੁਐਸਚਨ ਫਿਰ ਕਿਵੇਂ ਘੁਮਾਇਆ ਹੋਇਆ। 1857 ਈਸਵੀ ਦਾ ਇਨਕਲਾਬ, ਬ੍ਰਿਟਿਸ਼ ਇਨਕਲਾਬ ਭਾਵ ਕਿ ਵਿਦਰੋਹ ਬ੍ਰਿਟਿਸ਼ ਭਾਰਤੀ ਇਤਿਹਾਸ ਵਿੱਚ ਇੱਕ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ, ਚਰਚਾ ਕਰੋ, ਠੀਕ ਹੈ। ਇਹਦੇ ਵਿੱਚ ਕੀ ਆ ਜਾਣਗੇ, ਸਿੱਟੇ। 1857 ਈਸਵੀ ਦੇ ਵਿਦਰੋਹ ਦੇ ਸਿੱਟੇ ਆ ਜਾਣਗੇ, ਸਿੱਟੇ, ਮਹੱਤਤਾ, ਠੀਕ ਹੈ। ਇਹਦੇ ਵਿੱਚ ਸਾਰਿਆਂ ਸਿੱਟਿਆਂ ਦਾ ਵੇਰਵਾ ਦੇਣਾ, ਬਟ ਸਿੱਟਿਆਂ ਤੋਂ ਪਹਿਲਾਂ ਤੁਸੀਂ ਉਹਦੇ ਕਾਰਨ ਆ ਜਿਹੜੇ ਕਿ ਉਹਨਾਂ ਨੂੰ ਅੱਗੇ ਪੂਰਾ ਡਿਟੇਲ ਦੇ ਵਿੱਚ ਡਿਸਕ੍ਰਾਈਬ ਨਾ ਕਰੋ, ਬਟ ਥੋੜ੍ਹਾ ਥੋੜ੍ਹਾ ਲਿਖ ਦਿਓ, ਠੀਕ ਹੈ। ਕਾਰਨ ਹੈਡਿੰਗ ਉਹਦੇ ਲਿਖ ਦਿਓ, ਫਿਰ ਤੁਸੀਂ ਕਦੋਂ ਹੋਇਆ ਇਹ, ਠੀਕ ਹੈ, ਕਿੱਥੋਂ ਸ਼ੁਰੂ ਹੋਇਆ ਸੀ, ਫਿਰ ਉਹ ਦੇ ਕੇ ਫਿਰ ਤੁਸੀਂ ਇਹਦੇ ਅੱਗੇ ਸਿੱਟੇ ਲਿਖ ਦੇਣੇ ਨੇ। ਰਿਵੋਲਟ ਆਫ 1857 ਮਾਰਕਸ ਐਨ epoch in the British India history discuss। ਅੱਗੇ ਹੈਗਾ ਇਸ ਦੇ ਵਿੱਚ ਇੱਕ ਫੋਰਥ ਕੁਐਸਚਨ ਜਿਹੜਾ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਆਇਆ, ਸਹਾਇਕ ਸਿਸਟਮ, ਸਹਾਇਕ ਸੰਧੀ ਜਿਹੜੀ ਲਾਰਡ ਬੈਲਜ਼ਲੀ ਨੇ ਸ਼ੁਰੂ ਕੀਤੀ ਸੀ, ਸਹਾਇਕ ਸੰਧੀ, ਠੀਕ ਹੈ। ਸਹਾਇਕ ਸੰਧੀ ਤੇ ਕੁਐਸਚਨ ਪੁੱਛਿਆ ਹੋਇਆ। ਸਹਾਇਕ ਸੰਧੀ ਤੁਸੀਂ ਕੀ ਸਮਝਦੇ ਹੋ, ਲਾਰਡ ਵੈਲਜ਼ਲੀ ਇਹ ਅਧੀਨ ਇਸ ਦੇ ਕਾਰਜਾਂ ਦਾ ਆਲੋਚਨਾਤਮਕ ਤੌਰ ਤੇ ਵਿਸ਼ਲੇਸ਼ਣ ਕਰੋ। ਵਟ ਡੂ ਯੂ ਅੰਡਰਸਟੈਂਡ ਬਾਏ ਸਬਸਿਡਰੀ, ਕਈ ਵਾਰ ਇੰਗਲਿਸ਼ ਨੇਮ ਤੋਂ ਵੀ ਪਾ ਦਿੰਦੇ ਹੁੰਦੇ ਨੇ ਕੁਐਸਚਨ, ਠੀਕ ਹੈ। ਹਾਂਜੀ, ਕ੍ਰਿਟੀਕਲ ਐਨਾਲਾਈਜ਼ ਇਟਸ ਵਰਕਿੰਗ ਅੰਡਰ ਲਾਰਡ ਵੈਲਜ਼ਲੀ, ਸਬਸਿਡੀਅਰੀ, ਠੀਕ ਹੈ। ਅੱਗੇ ਹੈ ਬਕਸਰ ਦੀ ਲੜਾਈ ਦੇ ਕਾਰਨ, ਘਟਨਾਵਾਂ, ਮਹੱਤਵ, ਠੀਕ ਹੈ। ਬਕਸਰ ਦੀ ਲੜਾਈ ਦਾ ਕਈ ਵਾਰ ਇਹਦੇ ਕੁਐਸਚਨ ਐਵੇਂ ਪਾਉਣੇ ਹੁੰਦੇ ਨੇ ਵੀ ਜਿਹੜਾ ਪਲਾਸੀ ਲੜਾਈ ਨੇ ਕੰਮ ਸ਼ੁਰੂ ਕੀਤਾ ਜੀ, ਬਕਸਰ ਲੜਾਈ ਨੇ ਪੂਰਾ ਕੀਤਾ, ਤਾਂ ਇਹਦੇ ਵੇਰਵਾ ਦੋ, ਭਾਵ ਕਿ ਬਕਸਰ ਲੜਾਈ ਪੁੱਛੀ ਹੋਈ ਆ। ਡਿਸਕ੍ਰਾਈਬ ਦਾ ਕਾਜ਼ਸ, ਇਵੈਂਟਸ ਐਂਡ ਸਿਗਨੀਫਿਕੈਂਸ ਆਫ ਦਾ ਬੈਟਲ ਆਫ ਬਕਸਰ, ਸਿਗਨੀਫਿਕੈਂਸ, ਠੀਕ ਹੈ, ਮਹੱਤਵ, ਮਹੱਤਤਾ, ਰਿਜ਼ਲਟ ਅਤੇ ਇਸ ਦਾ ਇੰਪੈਕਟ ਇੱਕੋ ਗੱਲ ਹੁੰਦੀ ਹੈ, ਕੀ ਪ੍ਰਭਾਵ ਪਿਆ, ਠੀਕ ਹੈ। ਸਿੱਟੇ, ਪ੍ਰਭਾਵ, ਕੀ ਪ੍ਰਭਾਵ ਪਏ, ਭਾਵ ਕਿ ਸਿੱਟੇ ਨਿਕਲੇ, ਪ੍ਰਭਾਵ, ਸਿੱਟੇ, ਨਤੀਜੇ, ਮਹੱਤਵ, ਇੱਕੋ ਗੱਲ ਬਣਦੀ ਹੈ, ਠੀਕ ਹੈ। ਚਾਰਾਂ ਦਾ ਇੱਕੋ ਮੀਨਿੰਗ ਹੈ। ਅਗਲਾ ਹੈਗਾ 1857 ਵਿਦਰੋਹ ਦੇ ਨਤੀਜੇ ਪੁੱਛ ਲਏ, ਸਿੱਟੇ ਪੁੱਛ ਲਏ, ਠੀਕ ਹੈ, ਮਹੱਤਵ, ਠੀਕ ਹੈ। ਇਹ ਮੈਂ ਓਬਲੀਕ ਪਾ ਕੇ ਲਿਖਿਆ, ਕੁਐਸਚਨ ਹੈ ਵਿਦਰੋਹ ਦੇ ਨਤੀਜੇ ਕੀ ਨਿਕਲੇ, ਠੀਕ ਹੈ, ਰਿਜ਼ਲਟ, ਨਤੀਜੇ, ਸਿੱਟੇ, ਮਹੱਤਵ, ਠੀਕ ਹੈ, ਤੇ ਕੀ ਪ੍ਰਭਾਵ ਪਿਆ। ਅੱਗੇ ਹੈਗਾ ਲੈਪਸ ਦਾ ਸਿਧਾਂਤ ਕੀ ਸੀ, ਲੈਪਸ ਦਾ ਸਿਧਾਂਤ ਕੀ ਸੀ, ਭਾਰਤੀ ਰਿਆਸਤਾਂ ਉੱਤੇ ਇਸ ਸਿਧਾਂਤ ਨੂੰ ਲਾਗੂ ਕਰਨ ਦੇ ਵਿੱਚ ਡਲਹੌਜੀ ਠੀਕ ਸੀ, ਠੀਕ ਹੈ, ਵੀ ਸਹੀ ਕੀਤਾ ਡਲਹੌਜੀ ਨੇ, ਠੀਕ ਹੈ। ਲੈਪਸ ਦਾ ਸਿਧਾਂਤ, ਵਟ ਡੂ ਯੂ ਅੰਡਰਸਟੈਂਡ ਬਾय ਡਾਕਟ੍ਰਾइन ਆਫ ਲੈਪਸ, was ਡਲਹੌਜੀ ਜਸਟੀਫਾਈ ਇਨ ਅਪਲਾਈਂਗ ਇਟ ਟੂ ਦਾ ਨੈਟਿਵ ਸਟੇਟਸ। ਅੱਗੇ ਹੈਗਾ ਨੰਬਰ 8 ਤੇ ਜਿਹੜਾ ਕੁਐਸਚਨ ਹੈਗਾ ਦੇਖੋ 1857 ਵਿਦਰੋਹ ਵਾਲਾ ਪੁੱਛ ਲਿਆ। 1857 ਵਿਦਰੋਹ ਦੇ ਭਾਰਤ ਵਿੱਚ ਅੰਗਰੇਜ਼ਾਂ ਦੀ ਨੀਤੀਆਂ ਉੱਤੇ ਕੀ ਪ੍ਰਭਾਵ ਪਿਆ, ਭਾਵ ਕਿ ਇਹਦੇ ਵਿੱਚ ਕੀ ਆ ਗਿਆ 1857 ਦੇ ਵਿਦਰੋਹ ਦੇ ਪ੍ਰਭਾਵ ਪੁੱਛ ਲਏ, ਨਤੀਜੇ ਪੁੱਛ ਲਏ, ਸਿੱਟੇ ਪੁੱਛ ਲਏ, ਠੀਕ ਹੈ। ਨਤੀਜੇ, ਸਿੱਟੇ ਇੱਕੋ ਗੱਲ ਹੈ, ਠੀਕ ਹੈ। ਕੁਐਸਚਨ ਦੀ ਟੋਨ ਥੋੜ੍ਹੀ ਕਈ ਵਾਰ ਘੁਮਾ ਕੇ ਪਾ ਦਿੰਦੇ ਨੇ, ਤਾਂ ਤੁਸੀਂ ਉਹਨੂੰ ਸਮਝਣਾ ਕਿ ਇਹ ਕੁਐਸਚਨ 'ਚ ਕੀ ਪੁੱਛਿਆ ਗਿਆ, ਠੀਕ ਹੈ, ਕੀ ਪੁੱਛਿਆ ਗਿਆ ਇਹਦੇ ਵਿੱਚ। ਤਾਂ ਹੁਣ ਇਹਦੇ ਵਿੱਚ ਇਹਦੇ ਜਿਹੜੇ ਕੀ ਪ੍ਰਭਾਵ ਪੁੱਛੇ ਗਏ ਨੇ, ਵੀ ਕੀ ਪ੍ਰਭਾਵ ਨਿਕਲੇ ਸੀ ਵਿਦਰੋਹ ਦੇ। ਤਾਂ ਡਿਸਕਸ ਦਾ ਇੰਪੈਕਟ ਆਫ ਰਿਵੋਲਟ ਆਫ 1857 ਔਨ ਦਾ ਪਾਲਿਸੀਜ਼ ਆਫ ਦਾ ਬ੍ਰਿਟਿਸ਼ ਸਟੇਟਸ। ਸੈਕਸ਼ਨ ਬੀ ਦੇ ਵਿੱਚ ਜਿਹੜੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਹੋਏ ਨੇ, ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀ ਨੀਤੀਆਂ ਦਾ ਸਮਾਲੋਚਨਾਤਮਕ ਪਰੀਖਣ ਕਰੋ। ਖੇਤੀ ਨੀਤੀਆਂ ਭਾਵ ਕਿ ਐਗਰੀਅਨ ਪਾਲਿਸੀਜ਼, ਠੀਕ ਹੈ। ਕ੍ਰਿਟੀਕਲ ਐਗਜ਼ਾਮ ਤੁਸੀਂ ਕੀ ਕੁਐਸਚਨ ਸਮਝਣਾ ਇਹ ਕਿ ਖੇਤੀ ਨੀਤੀਆਂ ਪੁੱਛੀਆਂ ਨੇ, ਐਗਰੀਕਨ ਪਾਲਿਸੀਜ਼ ਪੁੱਛੀਆਂ ਹੋਈਆਂ ਨੇ ਬ੍ਰਿਟਿਸ਼ ਦੀਆਂ ਇਨ ਇੰਡੀਆ ਦੇ ਵਿੱਚ, ਠੀਕ ਹੈ, ਵੀ ਅੰਗਰੇਜ਼ਾਂ ਨੇ ਕਿਹੜੀਆਂ ਖੇਤੀ ਦੀਆਂ ਨੀਤੀਆਂ ਅਪਣਾਈਆਂ ਸੀ। ਹਾਂਜੀ, ਅੱਗੇ ਇੰਪੋਰਟੈਂਟ ਇਹ ਸਾਰੇ ਕੁਐਸਚਨ ਜਿੰਨੇ ਆਪਾਂ ਦੱਸ ਰਹੇ ਸਟੂਡੈਂਟਸ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਤੇ ਸਾਰੇ ਇੰਪੋਰਟੈਂਟ ਨੇ। ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਬ੍ਰਹਮੋ ਸਮਾਜ ਦੇ ਯੋਗਦਾਨ ਦਾ ਲੇਖਾ ਜੋਖਾ ਦਿਓ, ਠੀਕ ਹੈ। ਇਹਦੇ ਵਿੱਚ ਕੀ ਪੁੱਛ ਲਿਆ ਹੁਣ, ਬ੍ਰਹਮੋ ਸਮਾਜ ਦਾ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਵਿੱਚ ਕੀ ਯੋਗਦਾਨ ਸੀ। ਪਹਿਲਾਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਕਿ ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਹੋਈ, ਠੀਕ ਹੈ। ਫਿਰ ਇਹਦੇ ਵਿੱਚ ਇਹਨਾਂ ਨੇ ਪੁੱਛ ਲਿਆ ਇਹਦਾ ਯੋਗਦਾਨ, ਭਾਵ ਕਿ ਤੁਸੀਂ ਬ੍ਰਹਮੋ ਸਮਾਜ ਵਾਲਾ ਜਿਹੜਾ ਟੌਪਿਕ ਆ ਹਾਂਜੀ ਬੀ ਪਾਰਟ ਦੇ ਵਿੱਚ ਸਭ ਤੋਂ ਜਿਹੜੇ ਕਿ ਟੌਪਿਕ ਬਣਦੇ ਨੇ ਈਜ਼ੀ, ਉਹ ਹੈਗਾ ਬ੍ਰਹਮੋ ਸਮਾਜ, ਆਰੀਆ ਸਮਾਜ। ਇਹਨਾਂ ਹੈ ਕੀ ਨੇ ਇਹ, ਠੀਕ ਹੈ, ਕਿਹਨੇ ਸਥਾਪਨਾ ਕੀਤੀ ਗਈ ਅਤੇ ਇਹਨਾਂ ਦੇ ਕੀ ਸਿਧਾਂਤ ਨੇ ਅਤੇ ਇਹਨਾਂ ਦੇ ਕੀ ਪ੍ਰਾਪਤੀਆਂ ਨੇ। ਪ੍ਰਾਪਤੀਆਂ, ਸਫਲਤਾਵਾਂ ਇੱਕੋ ਗੱਲ ਹੋ ਗਈ, ਠੀਕ ਹੈ। ਇਹ ਤਿੰਨੋਂ ਟੌਪਿਕ ਬ੍ਰਹਮੋ ਸਮਾਜ, ਆਰੀਆ ਸਮਾਜ, ਅਲੀਗੜ੍ਹ ਅੰਦੋਲਨ, ਇਹਨਾਂ ਦੀ ਕੀ ਪ੍ਰਾਪਤੀਆਂ ਤੇ ਸਫਲਤਾਵਾਂ ਇੱਕੋ ਗੱਲ ਹੈ, ਠੀਕ ਹੈ। ਪ੍ਰਾਪਤੀਆਂ, ਸਫਲਤਾਵਾਂ, ਇਹਨੂੰ ਆਪਾਂ ਸਫਲਤਾਵਾਂ ਨੂੰ ਹੀ ਯੋਗਦਾਨ ਕਹਾਂਗੇ, ਠੀਕ ਹੈ। ਇਹ ਤਿੰਨਾਂ ਦਾ ਇੱਕੋ ਮੀਨਿੰਗ ਹੈ।
ਜਿਵੇਂ ਮਰਜ਼ੀ ਕੁਐਸਚਨ ਘੁਮਾ ਕੇ ਪੁੱਛਿਆ ਜਾਵੇ, ਤੁਸੀਂ ਇਹ ਸਮਝਣਾ ਕਿ ਇਹਦੇ ਵਿੱਚ ਇਹਨਾਂ ਦੀਆਂ ਪ੍ਰਾਪਤੀਆਂ, ਸਫਲਤਾਵਾਂ, ਯੋਗਦਾਨ ਇੱਕੋ ਗੱਲ ਹੈ। ਠੀਕ ਹੈ, ਹੁਣ ਇੱਥੇ ਪੁੱਛ ਲਿਆ ਇਹਨਾਂ ਨੇ ਸਮਾਜਿਕ ਤੇ ਧਾਰਮਿਕ ਖੇਤਰ ਦੇ ਵਿੱਚ ਅਲੱਗ-ਅਲੱਗ ਵੀ ਟੌਪਿਕ ਪੁੱਛਿਆ ਜਾ ਸਕਦਾ। ਜਦੋਂ ਅਲੱਗ-ਅਲੱਗ ਵੀ ਪੁੱਛਿਆ ਜਾ ਸਕੇ ਤਾਂ ਤੁਸੀਂ ਤਾਂ ਵੀ ਜਿਹੜੇ ਕਿ, ਕਿਉਂਕਿ 20 ਨੰਬਰ ਦਾ ਕੁਐਸਚਨ ਆ, ਤੁਸੀਂ ਪਹਿਲਾਂ ਇਹ ਦੱਸਣਾ ਕਿ ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ, ਕਿੱਥੇ ਕੀਤੀ ਗਈ। ਠੀਕ ਹੈ, ਉਹਦੇ ਕੁਛ ਸਿਧਾਂਤ ਦੱਸ ਦਿਓ, ਫਿਰ ਅੱਗੇ ਇਹਨਾਂ ਦਾ ਖੇਤਰ ਦਾ ਵੇਰਵਾ ਦੇਣਾ, ਭਾਵ ਕਿ ਯੋਗਦਾਨ ਦਾ ਵੇਰਵਾ ਦੇਣਾ। ਅਗਲਾ ਜਿਵੇਂ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਗਿਵ ਐਨ ਅਕਾਊਂਟ ਆਫ ਦਾ ਕੰਟਰੀਬਿਊਸ਼ਨ ਆਫ ਬ੍ਰਹਮੋ ਸਮਾਜ ਇਨ ਰਿਲੀਜੀਅਸ ਐਂਡ ਸੋਸ਼ਲ ਫੀਲਡ ਦੇ ਵਿੱਚ। ਤੇ ਦੇਖੋ ਅਗਲਾ ਹੀ ਕੁਐਸਚਨ, ਇਸੇ ਕੁਐਸਚਨ ਨੂੰ ਕਿਵੇਂ ਘੁਮਾਤਾ, ਬ੍ਰਹਮੋ ਸਮਾਜ ਨੂੰ ਕੀ ਲਿਖਤਾ, ਬ੍ਰਾਹਮਣ ਸਮਾਜ। ਠੀਕ ਹੈ, ਬ੍ਰਾਹਮਣ ਸਮਾਜ, ਤਾਂ ਬ੍ਰਾਹਮਣ ਸਮਾਜ ਭਾਵ ਕੀ ਬ੍ਰਹਮੋ ਸਮਾਜ ਪੁੱਛਿਆ ਹੋਇਆ। ਬ੍ਰਹਮੋ ਸਮਾਜ ਕੀ ਹੈ, ਭਾਰਤੀ ਧਰਮ ਅਤੇ ਸਮਾਜ ਨੂੰ ਸੁਧਾਰਨ ਵਿੱਚ ਬ੍ਰਹਮੋ ਸਮਾਜ, ਬ੍ਰਾਹਮਣ ਸਮਾਜ ਦਾ ਯੋਗਦਾਨ, ਭਾਵ ਕਿ ਇਹਦੇ ਵਿੱਚ ਸਾਰੇ ਤਰ੍ਹਾਂ ਦਾ ਯੋਗਦਾਨ ਪੁੱਛ ਲਿਆ ਗਿਆ। ਸਮਾਜਿਕ ਯੋਗਦਾਨ ਕੀ ਸੀ, ਆਰਥਿਕ ਸਮਾਜਿਕ ਯੋਗਦਾਨ ਕੀ ਸੀ, ਰਾਜਨੀਤਿਕ ਤੌਰ 'ਤੇ ਕੀ ਯੋਗਦਾਨ ਸੀ, ਤੇ ਅੱਗੇ ਹੈਗਾ ਜਿਹੜੇ ਕਿ ਧਾਰਮਿਕ ਤੌਰ 'ਤੇ ਕੀ ਯੋਗਦਾਨ ਸੀ, ਧਾਰਮਿਕ, ਸਮਾਜਿਕ, ਰਾਜਨੀਤਿਕ ਕੰਟਰੀਬਿਊਸ਼ਨ। ਨੈਕਸਟ ਹੈ 4th ਕੁਐਸਚਨ, ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਚਲਾਈ ਗਈ ਵਪਾਰਕ ਨੀਤੀਆਂ ਦਾ ਆਲੋਚਨਾਤਮਕ ਪਰੀਖਣ ਕਰਨਾ। ਇਹਦੇ ਵਿੱਚ ਵਪਾਰਕ ਨੀਤੀਆਂ ਦੇ ਵਿੱਚ ਪੁੱਛ ਲਿਆ ਗਿਆ। ਠੀਕ ਹੈ, ਇਹਨਾਂ ਦਾ ਕੀ ਅਸਰ ਹੋਇਆ ਇਹ ਪੁੱਛਿਆ ਹੈ। ਕ੍ਰਿਟੀਕਲ ਐਗਜ਼ਾਮ ਦਾ ਕਮਰਸ਼ੀਅਲ ਪਾਲਿਸੀਜ਼ ਪਰਸਿਊਜ਼ਡ ਬਾਏ ਦ ਬ੍ਰਿਟਿਸ਼ ਇਨ ਇੰਡੀਆ, ਵਟ ਵਾਜ਼ ਇਟਸ ਇੰਪੈਕਟ, ਦੇ ਕੀ ਇੰਪੈਕਟ ਪਏ। ਤੇ ਅੱਗੇ ਹੈ 5th ਕੁਐਸਚਨ, ਖੇਤੀਬਾੜੀ ਦੇ ਵਪਾਰੀਕਰਨ ਤੋਂ ਤੁਸੀਂ ਕੀ ਸਮਝਦੇ ਹੋ, ਇਸ ਦੇ ਕਾਰਨਾਂ ਤੇ ਨਤੀਜਿਆਂ ਦੀ ਚਰਚਾ। ਹਾਂ, ਜਿਸ ਬੱਚਿਆਂ ਨੂੰ ਇਹ ਕੁਐਸਚਨ ਟੌਪਿਕ ਦੇ ਇਹ ਕੁਐਸਚਨ ਈਜ਼ੀ ਲੱਗਦੇ ਨੇ ਉਹ ਇਹ ਕਰ ਸਕਦੇ ਨੇ। ਵਟ ਡੂ ਯੂ ਅੰਡਰਸਟੈਂਡ ਬਾਏ ਦਾ ਕਮਰਸ਼ੀਅਲਿਜ਼ਮ ਆਫ ਐਗਰੀਕਲਚਰ, ਡਿਸਕਸ ਇਟਸ ਕਾਜ਼ਸ ਐਂਡ ਰਿਜ਼ਲਟਸ, ਇਹਦੇ ਕਾਜ਼ਸ ਤੇ ਰਿਜ਼ਲਟ ਦੱਸਣੇ ਨੇ। ਤੇ ਅੱਗੇ 6th ਕੁਐਸਚਨ ਆ, ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਆਰੀਆ ਸਮਾਜ ਦੇ ਮੁੱਖ ਸਿਧਾਂਤ, ਸਿਧਾਂਤ ਭਾਵ ਕੀ ਸਿੱਖਿਆਵਾਂ, ਸਿੱਖਿਆਵਾਂ ਹੀ ਭਾਵ ਕੀ ਅੱਗੇ ਨਿਯਮ ਨੇ। ਠੀਕ ਹੈ, ਇੱਕੋ ਗੱਲ ਹੈ, ਸਿਧਾਂਤ, ਸਿੱਖਿਆਵਾਂ, ਨਿਯਮ। ਠੀਕ ਹੈ, ਤੇ ਇਹਨਾਂ ਦੀਆਂ ਪ੍ਰਾਪਤੀਆਂ, ਸਫਲਤਾਵਾਂ ਤੇ ਯੋਗਦਾਨ। ਗਿਵ ਐਨ ਅਕਾਊਂਟ ਆਫ ਦਾ ਫੈਕਟਰ ਡੈਟ ਲੈਡ ਟੂ ਦਾ ਗਰੋਥ ਆਫ ਕਮਿਊਨਲ ਪੋਲਿਟਿਕਸ ਇਨ ਇੰਡੀਆ। ਅੱਗੇ ਕੁਐਸਚਨ ਨੰਬਰ 7th, ਅੰਗਰੇਜ਼ੀ ਸ਼ਾਸਨ ਅਧੀਨ ਦੇਸੀ ਹੱਥਕਰਘਾ ਉਦਯੋਗਾਂ ਦੇ ਵਿਨਾਸ਼ ਦਾ ਵੇਰਵਾ ਦਿਓ ਤੇ ਇਸ ਦੇ ਕਾਰਨਾਂ ਦਾ ਵਿਸ਼ੇਸ਼ ਰੂਪ ਦੇ ਵਿੱਚ ਉਲੇਖ ਕਰਨਾ। ਡਿਸਕਸ ਦਾ ਡਿਸਟਰਕਸ਼ਨਸ ਆਫ ਮੇਨ ਇੰਡੀਅਨ ਇੰਡਸਟਰੀਜ਼ ਇਨ ਇੰਡੀਆ ਅੰਡਰ ਦ ਬ੍ਰਿਟਿਸ਼, ਪੁਆਇੰਟਿੰਗ ਆਊਟ ਇਟਸ ਕਾਜ਼ਸ। ਠੀਕ ਹੈ, ਅੱਗੇ ਹੈਗਾ ਨੰਬਰ 8 ਤੇ ਕੁਐਸਚਨ, ਅੰਗਰੇਜ਼ਾਂ ਰਾਹੀਂ ਭਾਰਤ ਵਿੱਚ ਸ਼ੁਰੂ ਕੀਤੀਆਂ ਭੂਮੀ ਕਰ ਪ੍ਰਣਾਲੀਆਂ। ਠੀਕ ਹੈ, ਭੂਮੀ ਲੈਂਡ ਰੈਵਨਿਊ ਕਿਹੜੀਆਂ ਸੀ ਉਹਨਾਂ ਬਾਰੇ ਵੇਰਵਾ ਦੇਣਾ, ਉਹਨਾਂ ਦੇ ਇੰਪੈਕਟ ਦੱਸਣੇ ਨੇ, ਪ੍ਰਭਾਵ ਦੱਸਣੇ ਨੇ। ਠੀਕ ਹੈ, ਅੱਗੇ ਹੈਗਾ ਨੰਬਰ 9 ਤੇ ਕੁਐਸਚਨ, ਸਵਾਮੀ ਵਿਵੇਕਾਨੰਦ ਤੇ ਰਾਮਾਕ੍ਰਿਸ਼ਨ ਮਿਸ਼ਨ ਦੀ ਮੁੱਖ ਵਿਸ਼ੇਸ਼ਤਾਵਾਂ। ਜਿਵੇਂ ਤੁਹਾਨੂੰ ਦੱਸਿਆ ਕਿ ਬ੍ਰਹਮੋ ਸਮਾਜ, ਆਰੀਆ ਸਮਾਜ, ਠੀਕ ਹੈ, ਇਹ ਪੜ੍ਹਨਾ, ਨਾਲ ਦੀ ਨਾਲ ਅਲੀਗੜ੍ਹ ਅੰਦੋਲਨ ਤੇ ਜਿਹੜੇ ਕਿ ਰਾਮਾਕ੍ਰਿਸ਼ਨ ਮਿਸ਼ਨ, ਇਹਨਾਂ ਬਾਰੇ ਵੀ ਜ਼ਰੂਰ ਰੀਡ ਕਰਨਾ, ਚਾਨਣਾ ਪਾਓ। ਥਰੋ ਲਾਈਟ ਔਨ ਦਾ ਮੇਨ ਫੀਚਰਸ ਆਫ ਸਵਾਮੀ ਵਿਵੇਕਾਨੰਦ ਰਾਮਾਕ੍ਰਿਸ਼ਨ ਮਿਸ਼ਨ। ਅੱਗੇ 10 ਨੰਬਰ ਤੇ ਕੁਐਸਚਨ ਹੈਗਾ, ਭਾਰਤ ਵਿੱਚ ਅੰਗਰੇਜ਼ਾਂ ਦੇ ਸ਼ਾਸਨ ਅਧੀਨ ਕ੍ਰਿਸ਼ੀ ਦੇ ਵਣਜੀਕਰਨ ਤੇ ਪੇਂਡੂ ਰਿਣ ਗ੍ਰਸਤਾਂ ਦੀ ਚਰਚਾ ਕਰੋ। ਡਿਸਕਸ ਦਾ ਕਮਰਸ਼ੀਅਲਿਜ਼ਮ ਆਫ ਐਗਰੀਕਲਚਰ ਐਂਡ ਰੂਰਲ ਇੰਡੈਪੈਂਡੈਂਸ ਅੰਡਰ ਦਾ ਬ੍ਰਿਟਿਸ਼ ਰੂਲ ਇਨ ਇੰਡੀਆ। ਅੱਗੇ ਸੈਕਸ਼ਨ ਸੀ ਦੇ ਵਿੱਚ ਤੁਸੀਂ ਜਿਹੜਾ ਮੋਸਟ ਇੰਪੋਰਟੈਂਟ ਤੁਹਾਡਾ ਟੌਪਿਕ ਹੈਗਾ, ਬਾਕੀ ਆਪਾਂ ਕੁਐਸਚਨਸ ਦੇਖਦੇ ਹਾਂ। ਨਾ ਮਿਲਵਰਤਨ ਅੰਦੋਲਨ ਨੂੰ ਹੀ ਅਸਹਿਯੋਗ ਅੰਦੋਲਨ ਕਿਹਾ ਗਿਆ, ਨਾ ਮਿਲਵਰਤਨ ਅੰਦੋਲਨ ਨੂੰ ਹੀ ਅਸਹਿਯੋਗ ਅੰਦੋਲਨ ਕਿਹਾ ਗਿਆ। ਤੇ ਇਸ ਦੇ ਅਧੀਨ ਕਾਫੀ ਪੜਾਅ ਆਉਂਦੇ ਨੇ, ਜਲਿਆਂਵਾਲਾ ਬਾਗ ਵਾਲਾ ਵੀ ਹੱਤਿਆਕਾਂਡ। ਠੀਕ ਆ, ਉਹ ਸਾਰਾ ਕੁਛ ਰੀਡ ਕਰਨਾ, ਇਹਦੇ ਬਾਰੇ ਵੇਰਵਾ ਕਰਨਾ ਤੁਸੀਂ ਯਾਦ। ਤੇ ਇੱਕ ਹੈਗਾ ਸਿਵਲ ਨਾਫਰਮਾਨੀ ਅੰਦੋਲਨ। ਠੀਕ ਹੈ, ਇੱਕ ਬੰਗਾਲ ਦੀ ਵੰਡ ਵਾਲਾ। ਇਹ ਕੁਐਸਚਨਸ ਜਿਹੜੇ ਕਿ ਘੁਮਾਏ ਹੋਏ ਨੇ ਵਾਰ-ਵਾਰ। ਹਾਂਜੀ, ਜਿਵੇਂ ਫਸਟ ਕੁਐਸਚਨ ਹੈ, ਰਾਸ਼ਟਰੀ ਅੰਦੋਲਨ ਦੇ ਇਨਕਲਾਬੀ ਲਹਿਰ ਤੇ ਪੈਣ ਵਾਲੇ ਪ੍ਰਭਾਵ। ਰਾਸ਼ਟਰੀ ਅੰਦੋਲਨ ਤੇ ਜਿਹੜੇ ਇਨਕਲਾਬੀ ਲਹਿਰ ਸੀ ਉਹਦਾ ਕੀ ਪ੍ਰਭਾਵ ਪਿਆ, ਕੀ ਇਫੈਕਟ ਹੋਇਆ, ਉਹਦੇ ਬਾਰੇ ਦੱਸਣਾ। ਕ੍ਰਿਟੀਕਲੀ ਐਗਜ਼ਾਮਾਈਨ ਦਾ ਇੰਪੈਕਟ ਆਫ ਰਿਵੋਲੂਸ਼ਨਰੀ ਮੂਵਮੈਂਟ ਔਨ ਦਾ ਨੈਸ਼ਨਲ ਮੂਵਮੈਂਟ। ਅੱਗੇ ਹੈ ਸੈਕੰਡ ਕੁਐਸਚਨ, ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ, ਨਾ ਮਿਲਵਰਤਨ ਅੰਦੋਲਨ ਕਿਉਂ ਚਲਾਇਆ ਸੀ, ਇਹਦੇ ਕਾਰਨ, ਭਾਵ ਕਿ ਕਿਉਂ ਚਲਾਇਆ, ਕਾਰਨ ਦੱਸਣੇ ਨੇ। ਕਿਉਂ ਚਲਾਇਆ ਭਾਵ ਕਿ ਕਾਰਨ ਦੱਸਣੇ ਨੇ। ਠੀਕ ਹੈ, ਪ੍ਰਸਥਿਤੀਆਂ, ਕਾਰਨਾਂ ਨੂੰ ਪ੍ਰਸਥਿਤੀਆਂ ਵੀ ਲਿਖਿਆ ਜਾ ਸਕਦਾ ਹੁੰਦਾ ਕਈ ਵਾਰ। ਠੀਕ ਹੈ, ਵੀ ਕੀ ਪ੍ਰਸਥਿਤੀਆਂ ਸੀ। ਸੋ ਕੁਐਸਚਨ ਦੀ ਟੋਨ ਨੂੰ ਸਮਝਣਾ ਵੀ ਕਿ ਕੁਐਸਚਨ ਕਿਵੇਂ ਘੁਮਾ ਕੇ ਪਾਇਆ ਹੋਇਆ ਤੇ ਉਹਦਾ ਕੀ ਮੀਨਿੰਗ ਨਿਕਲ ਰਿਹਾ। ਕਿਉਂ ਚਲਾਇਆ, ਕੀ ਪੁੱਛ ਲਿਆ, ਭਾਵ ਕਿ ਇਹਦੇ ਵਿੱਚ ਕਾਰਨ ਲਿਖਣੇ ਨੇ ਤੇ ਕਾਰਨਾਂ ਨੂੰ ਕਹੀ ਸਕਦਾ ਤੇ ਪ੍ਰਸਥਿਤੀਆਂ ਵੀ ਲਿਖਿਆ ਵਾ ਹੁੰਦਾ। ਭਾਰਤ ਵਿੱਚ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਇਸ ਦੀ ਕੀ ਮਹੱਤਤਾ। ਠੀਕ ਹੈ, ਵਾਈ ਡਿਡ ਮਹਾਤਮਾ ਗਾਂਧੀ ਲਾਂਚ ਨੌਨ ਕਾਰਪੋਰੇਸ਼ਨ ਮੂਵਮੈਂਟ, discuss its significance in the history of freedom movement in India।
ਅੱਗੇ ਹੈਗਾ 4th ਨੰਬਰ ਤੇ ਕੁਐਸਚਨ, ਮਹਾਤਮਾ ਗਾਂਧੀ ਦੁਆਰਾ ਭਾਰਤੀ ਰਾਸ਼ਟਰੀ ਅੰਦੋਲਨ ਨੂੰ ਇੱਕ ਲੋਕ ਲਹਿਰ ਬਣਾਉਣ ਲਈ ਅਪਣਾਏ ਗਏ ਤਰੀਕਿਆਂ ਦਾ ਆਲੋਚਨਾਤਮਕ ਤੌਰ ਤੇ ਵਰਣਨ ਕਰੋ। ਜਾਂ ਤੁਸੀਂ ਕਹਿ ਸਕਦੇ ਹੋ ਭਾਰਤ ਦੇ ਸੁਤੰਤਰਤਾ ਸੰਘਰਸ਼ ਵਿੱਚ ਮਹਾਤਮਾ ਗਾਂਧੀ ਦਾ ਯੋਗਦਾਨ ਦਾ ਵੇਰਵਾ ਦਿਓ। ਤਾਂ ਇਹਨਾਂ ਦੋਨਾਂ ਕੁਐਸਚਨਾਂ ਦਾ ਇੱਕੋ ਹੀ ਆਨਸਰ ਬਣਦਾ, ਠੀਕ ਹੈ। ਕਿਹੜੇ ਕਿਹੜੇ ਰਾਸ਼ਟਰੀ ਅੰਦੋਲਨਾਂ ਨੂੰ ਲੋਕ ਲਹਿਰ ਬਣਾਉਣ ਲਈ ਅਪਣਾਏ ਗਏ ਜਿਹੜੇ ਤਰੀਕੇ ਸੀ, ਤਰੀਕੇ ਦੱਸਣੇ, ਢੰਗ, ਠੀਕ ਹੈ। ਕ੍ਰਿਟੀਕਲੀ ਇਹ 'ਚ ਆਪਾਂ ਮੈਥਡਸ ਦੱਸਣੇ ਤੁਸੀਂ, ਅਡੋਪਟ ਬਾਈ ਦਾ ਮਹਾਤਮਾ ਗਾਂਧੀ ਟੂ ਮੇਕ ਇੰਡੀਅਨ ਨੈਸ਼ਨਲ ਮੂਵਮੈਂਟ ਅ ਮਾਸ ਮੂਵਮੈਂਟ। ਅੱਗੇ ਨੰਬਰ 4th ਕੁਐਸਚਨ ਹੈ, ਬ੍ਰਿਟਿਸ਼ ਸਰਕਾਰ ਦੁਆਰਾ ਵਿਭਾਜਨ ਵਿਰੋਧੀ ਅੰਦੋਲਨਾਂ ਨੂੰ ਦਬਾਉਣ ਲਈ ਚੁੱਕੇ ਗਏ ਉਪਾਅ ਭਾਵ ਕੀ ਕਦਮ, ਠੀਕ ਹੈ। ਉਪਾਅ ਭਾਵ ਕੀ ਹੋ ਗਿਆ, ਕਦਮ, ਠੀਕ ਹੈ। ਸੋ ਪ੍ਰੀਵੀਅਸ ਕੁਐਸਚਨਸ ਨੂੰ ਸਮਝਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਕਿ ਐਗਜ਼ਾਮ ਦੇ ਵਿੱਚ ਕੋਈ ਕੁਐਸਚਨਸ ਨੂੰ ਸਮਝਣ ਦੇ ਵਿੱਚ ਸਮੱਸਿਆ ਨਾ ਆਵੇ, ਤੁਹਾਨੂੰ ਪਹਿਲਾਂ ਤੋਂ ਹੀ ਆਈਡੀਆ ਹੋਵੇ ਕਿ ਕਿਵੇਂ ਕੁਐਸਚਨਸ ਘੁਮਾਏ ਹੋਏ ਹੁੰਦੇ ਨੇ, ਠੀਕ ਹੈ। ਉਪਾਅ ਭਾਵ ਕੀ ਕਦਮ ਕਿਹੜੇ ਕਿਹੜੇ ਚੱਕੇ ਗਏ, ਇਹਨਾਂ ਬਾਰੇ ਆਪਾਂ ਨੂੰ ਵੇਰਵਾ ਦੇਣਾ। ਤੇ ਇਸ ਨੇ ਕੌਮੀ ਅੰਦੋਲਨ ਨੂੰ ਕਿਵੇਂ ਪ੍ਰਭਾਵਿਤ ਕੀਤਾ। ਡਿਸਕਸ ਦਾ ਮੇਜਰਸ ਟੇਕਨ ਬਾਈ ਦਾ ਬ੍ਰਿਟਿਸ਼ ਗਵਰਨਮੈਂਟ ਟੂ ਸਪਰੈਸ ਦਾ ਐਂਟੀ ਪਾਰਟੀਸ਼ਨ ਮੂਵਮੈਂਟ, ਹਾਊ ਡਿਡ ਇਟ ਇਫੈਕਟ ਦਾ ਨੈਸ਼ਨਲ ਮੂਵਮੈਂਟ। ਅੱਗੇ ਹੈ ਨੰਬਰ 5th ਤੇ ਕੁਐਸਚਨ, ਇਨਕਲਾਬੀ ਅਤਵਾਦੀਆਂ ਦੇ ਪ੍ਰੋਗਰਾਮ ਤੇ ਤਰੀਕਿਆਂ ਦਾ ਵਿਸ਼ਲੇਸ਼ਣ ਕਰੋ, ਠੀਕ ਹੈ। ਇਸ ਨੇ ਰਾਸ਼ਟਰੀ ਲਹਿਰ ਨੂੰ ਕਿਵੇਂ ਪ੍ਰਭਾਵਿਤ ਕੀਤਾ। ਐਨਾਲਾਈਜ਼ ਦਾ ਪ੍ਰੋਗਰਾਮ ਐਂਡ ਮੈਥਡਸ ਆਫ ਰਿਵੈਲੂਏਸ਼ਨਸ ਟੈਰਰਿਸਟ, ਹਾਊ ਡਿਡ ਇਟ ਇਨਫਲੂਐਂਸ ਦਾ ਨੈਸ਼ਨਲ ਮੂਵਮੈਂਟ, ਠੀਕ ਹੈ। ਅੱਗੇ ਹੈਗਾ ਨੰਬਰ 6th ਦੇ ਕੁਐਸਚਨ, ਮਹਾਤਮਾ ਗਾਂਧੀ ਦੁਆਰਾ 1920 ਈਸਵੀ ਦੇ ਵਿੱਚ ਸ਼ੁਰੂ ਕੀਤੇ ਗਏ ਨਾ ਮਿਲਵਰਤਨ ਅੰਦੋਲਨ, ਇਹ ਸਹਿਯੋਗ ਅੰਦੋਲਨ, ਠੀਕ ਹੈ। ਇੱਥੇ ਕੀ ਪੁੱਛ ਲਿਆ, ਇਹਦੇ ਉਦੇਸ਼ ਪੁੱਛ ਲਏ, ਇਹਨਾਂ ਦਾ ਕੀ ਪ੍ਰੋਗਰਾਮ ਸੀ, ਉਦੇਸ਼ ਭਾਵ ਕੀ ਓਬਜੈਕਟਿਵ ਕੀ ਸੀ ਇਹਦੇ, ਠੀਕ ਹੈ। ਕੀ ਇਹਦਾ ਏਮ ਸੀ, ਕੀ ਪ੍ਰੋਗਰਾਮ ਸੀ, ਠੀਕ ਹੈ। ਤੇ ਇਹਦੇ ਬਾਰੇ ਕਿਉਂ ਇਹ ਅਸਫਲ ਰਿਹਾ, ਕਿਉਂ ਇਹ ਫੇਲ ਹੋ ਗਿਆ, ਇਹ ਸਹਿਯੋਗ ਅੰਦੋਲਨ ਜਿਸ ਨੂੰ ਆਪਾਂ ਨਾ ਮਿਲਵਰਤਨ ਅੰਦੋਲਨ ਵੀ ਕਹਿੰਦੇ ਹਾਂ। 7th ਨੰਬਰ ਦੇ ਕੁਐਸਚਨ ਹੈ, 20ਵੀਂ ਸਦੀ ਦੇ ਆਰੰਭ ਦੇ ਵਿੱਚ ਭਾਰਤ ਦੇ ਤੇ ਵਿਸ਼ੇਸ਼ ਕਰਕੇ ਬੰਗਾਲ, ਮਹਾਰਾਸ਼ਟਰ ਤੇ ਪੰਜਾਬ ਦੇ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਉਥਾਨ ਦੇ ਕਾਰਨ, ਵੀ ਇਹਨਾਂ ਦੇ ਵਿੱਚ ਕਿਉਂ ਕ੍ਰਾਂਤੀਕਾਰੀ ਅੰਦੋਲਨ ਜਿਹੜੇ ਕਿ ਰਿਵੈਲੂਸ਼ਨਰੀ ਮੂਵਮੈਂਟ ਕਿਉਂ ਸ਼ੁਰੂ ਹੋਈ ਸੀ, ਕੀ ਕਾਰਨ ਸੀ, ਠੀਕ ਹੈ। ਉਥਾਨਾਂ ਦਾ ਵਰਣਨ ਭਾਵ ਕੀ ਕਿਵੇਂ ਹੋਏ, ਠੀਕ ਹੈ। ਅੱਗੇ ਹੈ ਨੰਬਰ 8 ਤੇ ਕੁਐਸਚਨ, ਬ੍ਰਿਟਿਸ਼ ਭਾਰਤ ਦੇ ਇਤਿਹਾਸ ਵਿੱਚ ਬੰਗਾਲ ਦੀ ਵੰਡ ਜਿਹੜੀ 1905 ਈਸਵੀ ਦੇ ਵਿੱਚ ਹੋਈ ਸੀ, ਬੰਗਾਲ ਦੀ ਵੰਡ, ਠੀਕ ਹੈ। ਇਹਦੇ ਬਾਰੇ ਵੇਰਵਾ ਦੇਣਾ, ਇਹਦੀ ਮਹੱਤਤਾ ਤੇ ਇਹਦੇ ਪ੍ਰਭਾਵ ਬਾਰੇ ਦੱਸਣਾ। ਸਿਗਨੀਫਿਕੈਂਸ ਆਫ ਪਾਰਟੀਸ਼ਨ ਆਫ ਬੰਗਾਲ ਐਂਡ ਇਟਸ ਇੰਪੈਕਟ। ਅੱਗੇ ਹੈਗਾ ਨੰਬਰ 9 ਦੇ ਕੁਐਸਚਨ, ਭਾਰਤ ਦੇ ਸੁਤੰਤਰਤਾ ਸੰਘਰਸ਼ ਤੇ ਸਿਵਲ ਨਾਫਰਮਾਨੀ ਅੰਦੋਲਨ ਦੇ ਪ੍ਰਭਾਵ, ਠੀਕ ਹੈ। ਸਿਵਲ ਡਿਸਓਬੀਡੈਂਸ ਮੂਵਮੈਂਟ, ਇਹਦੇ ਇੰਪੈਕਟ। ਨੰਬਰ 10 ਫਿਰ ਤੋਂ ਬੰਗਾਲ ਦੀ ਵੰਡ ਪੁੱਛ ਲਿਆ, ਬੰਗਾਲ ਦੀ ਵੰਡ ਉਪਰੰਤ ਸਵਦੇਸ਼ੀ ਤੇ ਬਾਈਕਾਟ ਅੰਦੋਲਨ ਦਾ ਹਾਲ ਲਿਖੋ, ਭਾਵ ਕਿ ਇਹਦੇ ਕੀ ਪੁੱਛ ਲਏ, ਪ੍ਰਭਾਵ ਪੁੱਛ ਲਏ, ਠੀਕ ਹੈ। ਇੱਥੇ ਵੀ ਪ੍ਰਭਾਵ ਪੁੱਛੇ ਸੀ, ਇੱਥੇ ਕੁਐਸਚਨ ਨੂੰ ਘੁਮਾ ਕੇ ਪੁੱਛ ਲਏ। ਕੁਐਸਚਨ ਉਹੀ ਨੇ 2-3 ਜਿਹੜੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਦੇ, ਉਹਨਾਂ ਨੂੰ ਬਸ ਘੁਮਾ ਕੇ ਪੁੱਛਿਆ ਹੈ। ਇਸ ਅੰਦੋਲਨ ਦੇ ਪ੍ਰਭਾਵਾਂ ਦੀ ਪੜਚੋਲ ਕਰੋ, ਠੀਕ ਹੈ। ਗਿਵ ਐਨ ਅਕਾਊਂਟ ਆਫ ਦਾ ਸਵਦੇਸ਼ੀ ਐਂਡ ਬਾਈਕਾਟ ਮੂਵਮੈਂਟ ਇਨ ਦਾ ਵੇਕ ਆਫ ਪਾਰਟੀਸ਼ਨ ਆਫ ਬੰਗਾਲ, ਆਲਸੋ ਐਗਜ਼ਾਮ ਦਾ ਇੰਪੈਕਟ ਆਫ ਦਿਸ ਮੂਵਮੈਂਟ। ਅੱਗੇ ਸੈਕਸ਼ਨ ਡੀ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ, ਇਸ ਦੇ ਵਿੱਚ ਇੰਪੋਰਟੈਂਟ ਕੁਐਸਚਨ ਤੁਸੀਂ ਇੱਕ ਤਾਂ ਇਹ ਵਾਲਾ ਟੌਪਿਕ ਬਣਦਾ ਤੁਹਾਡਾ 1909, ਠੀਕ ਹੈ, 1919 ਤੇ 1935 ਇਹਨਾਂ ਦੇ ਜਿਹੜੇ ਕਿ ਅਧਿਨਿਯਮ ਸੀ, ਜਿਹੜੇ ਇਹ ਐਕਟ, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਵਾਲੇ, ਠੀਕ ਹੈ, ਇਹ ਕੁਐਸਚਨ ਬਣਦੇ ਨੇ। ਤੇ ਬਾਕੀ ਕ੍ਰਿਪਸ ਮਿਸ਼ਨ ਹੋ ਗਿਆ, ਕੈਬਨਿਟ ਮਿਸ਼ਨ ਹੋ ਗਿਆ, ਇਹ ਵਾਲੇ ਕੁਐਸਚਨਸ ਬਣਦੇ ਨੇ। ਹਾਂਜੀ, ਭਾਰਤ ਸਰਕਾਰ ਦੇ ਅਧਿਨਿਯਮ 1919 ਦੁਆਰਾ ਪ੍ਰਾਂਤਾਂ ਵਿੱਚ ਸਥਾਪਿਤ ਰਾਜਸ਼ਾਹੀ ਨੂੰ ਡਿਆਰਚੀ ਵੀ ਲਿਖ ਦਿੰਦੇ ਨੇ ਕਈ ਵਾਰ, ਦੇਖੋ 6th ਕੁਐਸਚਨ ਐਵੇਂ ਹੀ ਘੁਮਾ ਕੇ ਪਾਇਆ ਹੋਇਆ, ਆਪਾਂ ਦੇਖਾਂਗੇ, ਠੀਕ ਹੈ। ਇਸ ਦੀਆਂ ਪ੍ਰਣਾਲੀਆਂ ਬਾਰੇ ਚਰਚਾ ਕਰਨੀ ਹੈ, ਇਹ ਅਸਫਲ ਕਿਉਂ ਹੋਇਆ, ਕਾਰਨ ਕੀ ਸੀ, ਭਾਵ ਕਿ ਪਹਿਲਾਂ ਇਹਦੀ ਵਿਸ਼ੇਸ਼ਤਾਵਾਂ ਦੱਸਣੀਆਂ, ਫਿਰ ਇਹਦੀ ਅਸਫਲਤਾ ਦੇ ਕਾਰਨ ਦੱਸਣੇ ਨੇ। ਡਿਸਕਸ ਦਾ ਸਿਸਟਮ ਆਫ ਡਿਆਰਚੀ ਸੈਟ ਅਪ ਇਨ ਦਾ ਪ੍ਰੋਵੀਜ਼ਨਸ ਬਾਏ ਦਾ ਗਵਰਨਮੈਂਟ ਆਫ ਇੰਡੀਆ ਐਕਟ 1919, ਵਾਈ ਡਿਡ ਇਟ ਫੇਲ। ਅੱਗੇ ਹੈ ਨੰਬਰ 2 ਤੇ ਕੁਐਸਚਨ, ਕੈਬਨਿਟ ਮਿਸ਼ਨ ਯੋਜਨਾ ਦੇ ਪ੍ਰਸਤਾਵ ਤੇ ਨੀਤੀਆਂ। ਕੈਬਨਿਟ ਮਿਸ਼ਨ ਯੋਜਨਾ ਦੇ ਕੀ ਪ੍ਰਸਤਾਵ ਸੀ, ਕੀ ਨਤੀਜੇ ਸੀ, ਠੀਕ ਹੈ। ਨਤੀਜੇ, ਪ੍ਰਸਤਾਵ ਤੇ ਨਤੀਜੇ, ਠੀਕ ਹੈ, ਭਾਵ ਕਿ ਆਪਾਂ ਕਹਿ ਸਕਦੇ ਹਾਂ ਸਿੱਟੇ ਕੀ ਸੀ ਕੈਬਨਿਟ ਮਿਸ਼ਨ ਦੇ, ਇਹਨਾਂ ਬਾਰੇ ਪ੍ਰੀਖਣ ਕਰਨਾ। ਕ੍ਰਿਟੀਕਲ ਪ੍ਰਪੋਜ਼ਲਸ ਐਂਡ ਆਊਟਕਮਸ ਆਫ ਦਾ ਕੈਬਨਿਟ ਮਿਸ਼ਨ। ਅੱਗੇ ਹੈਗਾ 3rd ਕੁਐਸਚਨ, ਭਾਰਤ ਸਰਕਾਰ ਦੇ ਅਧਿਨਿਯਮ 1935, ਹੁਣ ਇਹਦੇ ਵਿੱਚ 1935 ਵਾਲਾ ਐਕਟ ਪੁੱਛ ਲਿਆ ਗਿਆ। ਇਸ ਦੇ ਜਿਹੜੇ ਕਿ ਸਿਧਾਂਤ ਕੀ ਸੀ, ਖੁਦ ਮੁਖਤਿਆਰੀ ਸਿਧਾਂਤ ਇਹਦੇ ਕੀ ਸੀ, ਕੀ ਉਹਦੇ ਪ੍ਰਿੰਸੀਪਲ ਸੀ, ਠੀਕ ਹੈ। ਤੇ ਇਹਦੇ ਕੰਮਾਂ ਦਾ ਵੇਰਵਾ ਦਿਓ, ਭਾਵ ਕਿ ਇਹਨੇ ਕੀ ਕਾਰਜ ਕੀਤੇ, ਪ੍ਰਿੰਸੀਪਲਸ ਐਂਡ ਵਰਕਿੰਗ ਆਫ ਪ੍ਰੋਵੀਜ਼ਨਲ ਆਟੋਨੋਮੀ ਇੰਟਰੋਡਿਊਸ ਅੰਡਰ ਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਅੱਗੇ ਹੈ ਕ੍ਰਿਪਸ ਪ੍ਰਸਤਾਵ ਜਾਂ ਕ੍ਰਿਪਸ ਮਿਸ਼ਨ। ਅਸਫਲ ਬੈਂਕ ਤੇ ਪੋਸਟ ਡੇਟਡ ਚੈੱਕ ਕਿਉਂ ਕਿਹਾ ਜਾਂਦੇ ਨੇ ਕ੍ਰਿਪਸ ਪ੍ਰਸਤਾਵ ਨੂੰ, ਠੀਕ ਹੈ।
ਇਹ ਕਿਉਂ ਅਸਫਲ ਰਿਹਾ, ਇਹਦੇ ਕਾਰਨ। ਵਾਈ ਵਰ ਦਾ ਕ੍ਰਿਪਸ ਪ੍ਰਪੋਜ਼ਲ ਨੋਨ ਐਜ਼ ਦਾ ਪੋਸਟ ਡੇਟਡ ਚੈੱਕ ਔਨ ਫੇਲਿੰਗ ਬੈਂਕ। ਅੱਗੇ 5th ਨੰਬਰ ਤੇ ਕੁਐਸਚਨ ਆ, ਭਾਰਤ ਵਿੱਚ ਸੰਪਰਦਾਇਕ ਰਾਜਨੀਤੀ ਦੇ ਵਿਕਾਸ ਦਾ ਕਾਰਨ ਬਣਨ ਵਾਲੇ ਕਾਰਕਾਂ ਦਾ ਵੇਰਵਾ। ਸੰਪਰਦਾਇਕ ਰਾਜਨੀਤੀ ਦਾ ਵਿਕਾਸ ਹੋ ਰਿਹਾ ਸੀ, ਉਹਦੇ ਕੀ ਕਾਰਨ ਸੀ, ਇਹਨਾਂ ਦਾ ਵੇਰਵਾ ਦੇਣਾ। Give an account of the factors that led to the growth of communal politics in India। ਅੱਗੇ ਦੇਖਦੇ ਹਾਂ ਅਗਲਾ ਕੁਐਸਚਨ। ਭਾਰਤ ਸਰਕਾਰ ਅਧਿਨਿਯਮ 1919 ਦੇ ਅਧੀਨ ਸਥਾਪਿਤ, ਦੇਖੋ ਮੈਂ ਤੁਹਾਨੂੰ ਕਿਹਾ ਸੀ ਫਸਟ ਕੁਐਸਚਨ ਨੂੰ ਹੁਣ ਇੱਥੇ ਜਿਹੜੇ ਕਿ ਦਿਆਰਚੀ ਲਿਖਤਾ, ਦਿਆਰਚੀ, ਠੀਕ ਹੈ, ਉੱਥੇ ਰਾਜਸ਼ਾਹੀ ਲਿਖਿਆ, ਉਸੇ ਤੇ ਦਿਆਰਚੀ ਲਿਖਤਾ। ਪ੍ਰਣਾਲੀ ਦੀ ਆਲੋਚਨਾਤਮਕ ਤੌਰ ਤੇ ਸਿਰਫ ਇੰਨਾ ਕੁ ਡਿਫਰੈਂਸ ਪਾ ਕੇ ਕੁਐਸਚਨ ਸੇਮ ਹੈ, ਠੀਕ ਹੈ, ਇੰਨੇ ਦੇ ਨਾਲ ਕਨਫਿਊਜ਼ ਨਹੀਂ ਹੋਣਾ, ਇਹ ਇੰਗਲਿਸ਼ ਦਾ ਵਰਡ ਪਾਇਆ ਹੋਇਆ ਹੁੰਦਾ ਐਵੇਂ। ਕਿਉਂ ਅਸਫਲ ਰਿਹਾ, ਕ੍ਰਿਟੀਕਲੀ ਫਿਰ ਤੋਂ 1919 ਦੇ ਐਕਟ ਬਾਰੇ ਦੱਸਣਾ, ਠੀਕ ਹੈ। ਅੱਗੇ 7th ਨੰਬਰ ਤੇ ਕੁਐਸਚਨ ਹੈ 1909 ਦੇ ਮਾਰਲੇ ਮਿੰਟੋ ਸੁਧਾਰ। 1909 ਦੇ ਮਾਰਲੇ ਮਿੰਟੋ ਸੁਧਾਰ ਦੀ ਪੜਚੋਲ ਕਰਨੀ ਹੈ, ਭਾਵ ਕਿ ਇਸ ਮਿਸ਼ਨ ਦੀ ਅਸਫਲਤਾ ਦੇ ਕਾਰਨ ਵੀ ਦੱਸਣੇ ਨੇ, ਠੀਕ ਹੈ। ਮੇਨ ਡਿਫੈਕਟਸ ਆਫ ਦੀਜ਼ ਰਿਫਾਰਮਸ, ਮਾਰਲੇ ਮਿੰਟੋ ਸੁਧਾਰ ਕੀ ਸੀ, ਇਹਦੀ ਪੜਚੋਲ ਕਰਨੀ, ਫਿਰ ਇਹਦੇ ਕਿਉਂ ਅਸਫਲ ਰਿਹਾ, ਇਹਦੇ ਕਾਰਨ। ਅੱਗੇ ਹੈਗਾ ਭਾਰਤ ਛੱਡੋ ਅੰਦੋਲਨ, ਇਹਦਾ ਸਰੂਪ ਦੱਸਣਾ, ਇਹਦਾ ਪ੍ਰਭਾਵ ਦੱਸਣੇ ਨੇ। ਨੇਚਰ ਐਂਡ ਇੰਪੈਕਟ ਆਫ ਕੁਇਟ ਇੰਡੀਆ ਮੂਵਮੈਂਟ। ਅੱਗੇ ਹੈ ਨੰਬਰ 9 ਤੇ ਕੁਐਸਚਨ, ਪ੍ਰਾਂਤਕ ਸਵੈ ਸ਼ਾਸਨ ਤੁਸੀਂ ਕੀ ਸਮਝਦੇ ਹੋ। ਪ੍ਰਾਂਤਾਂ ਵਿੱਚ ਚੋਣਾਂ ਤੇ ਮੰਤਰੀ ਮੰਡਲ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਇਸ ਦੇ ਸੰਚਾਲਨ ਦੀ ਚਰਚਾ ਕਰੋ, ਠੀਕ ਹੈ। ਵਟ ਡੂ ਯੂ ਨੋ ਅਬਾਊਟ ਦ ਪ੍ਰੋਵੀਜ਼ਨਲ ਆਟੋਨੋਮੀ, ਡਿਸਕਸ ਇਟਸ ਵਰਕਿੰਗ ਵਿਦ ਰੈਫਰੈਂਸ ਟੂ ਇਲੈਕਸ਼ਨ ਇਨ ਦ ਪ੍ਰੋਵੀਜ਼ਨ ਆਫ ਐਂਡ ਫਾਰਮੇਸ਼ਨ ਆਫ ਮਿਨਿਸਟਰਸ। ਨੈਕਸਟ ਹੈ 1946 ਦੇ ਚੋਣਾਂ ਦਾ ਵੇਰਵਾ ਦਿਓ, ਇਹਨਾਂ ਚੋਣਾਂ ਦੀ ਮਹੱਤਤਾ। ਗਿਵ ਐਨ ਅਕਾਊਂਟ ਆਫ ਦ ਇਲੈਕਸ਼ਨ ਆਫ 1946 ਐਂਡ ਪੁਆਇੰਟ ਆਊਟ ਦੇਅਰ ਇੰਪੋਰਟੈਂਸ। ਸੋ ਇਹ ਸੀ ਤੁਹਾਡੇ ਇੰਪੋਰਟੈਂਟ ਕੁਐਸਚਨਸ ਹਿਸਟਰੀ ਦੇ ਸਮੈਸਟਰ 3rd। ਥੈਂਕਸ।